ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਰ ਜਪਦਿਆਂ ਖਿਨ ਢਿਲ ਨਾ ਕੀਜਈ ਮੇਰੀ ਜਿੰਦੜੀਏ। ਮਤ ਕੇ ਜਾਪੈ ਸ਼ਾਹੋ ਆਵੈ ਕੇ ਨਾ ਆਵੈ ਰਾਮ। ਪਰਮ ਸਨਮਾਨਯੋਗ ਚਵਰ ਛਤਰ ਤਖਤਾਂ ਦੇ ਮਾਲਕ ਸਾਹਿਬਾਂ ਦੀ ਗੁਰਬਾਣੀ ਦਾ ਆਨੰਦ ਮਾਣ ਰਹੀ ਸਾਧ ਸੰਗਤ ਜੀ, ਵਡਭਾਗੇ ਹਾਂ। ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਕਿ ਭਾਈ ਸਾਧ ਸੰਗਤ ਦੀਆਂ ਜਿਹੜੀਆਂ ਸਾਨੂੰ ਘੜੀਆਂ ਨੇ ਉਹ ਬਖਸ਼ਿਸ਼ ਹੋਈਆਂ ਨੇ। ਸੋ ਸਤਿਗੁਰੂ ਜੀ ਸਾਨੂੰ ਇਸ ਸ਼ਬਦ ਦੇ ਅੰਦਰ ਕੀ ਸਮਝਾਉਣਾ ਚਾਹੁੰਦੇ ਨੇ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਭਾਈ ਉਸ ਹਰੀ ਪ੍ਰਮਾਤਮਾ ਨੂੰ ਕਹਿੰਦੇ ਜਪਣ ਲੱਗਿਆ ਨਾ, ਪਰਿਪੂਰਨ ਪ੍ਰਮਾਤਮਾ ਨੂੰ ਜਪਣ ਲੱਗਿਆ ਕਹਿੰਦੇ ਕਦੇ ਵੀ ਢਿੱਲ ਨਹੀਂ ਕਰਨੀ ਚਾਹੀਦੀ। ਆਪਾਂ ਕੀ ਕਰਦੇ ਹਾਂ, ਆਪਾਂ ਕਹਿ ਦਿੰਦੇ ਹਾਂ ਨਾ ਵੀ ਕੋਈ ਗੱਲ ਨਹੀਂ, ਜੇ ਅੱਜ ਨਿਤਨੇਮ ਨਹੀਂ ਹੋਇਆ ਤਾਂ ਕੋਈ ਗੱਲ ਨਹੀਂ, ਕੱਲ੍ਹ ਨੂੰ ਕਰ ਲਾਂਗੇ। ਅੱਜ 100 ਦਰ ਰਹਿਰਾਸ ਸਾਹਿਬ ਜੀ ਦਾ ਪਾਠ ਨਹੀਂ ਹੋਇਆ ਤਾਂ ਕੋਈ ਗੱਲ ਨਹੀਂ, ਕੱਲ੍ਹ ਕਰ ਲਾਂਗੇ। ਸਤਿਗੁਰੂ ਜੀ ਕਹਿੰਦੇ ਹਰ ਜਪਦਿਆਂ ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀ। ਕਹਿੰਦੀ ਹੇ ਮੇਰੀ ਜਿੰਦ, ਕਹਿੰਦੇ ਤੂੰ ਇਹ ਮਤ ਸਮਝੀ ਵੀ ਪਰਮਾਤਮਾ ਦਾ ਨਾਮ ਜਪਣ ਲਈ ਕਹਿੰਦੇ ਬਹੁਤ ਟਾਈਮ ਪਿਆ। ਕਹਿੰਦੇ ਇਹ ਨਹੀਂ ਪਤਾ ਮਤ ਕੇ ਜਾਪੈ ਸ਼ਾਹੂ ਆਵੈ। ਕਹਿੰਦੇ ਭਾਈ ਸਾਹ ਆਉਣਾ ਜਾਂ ਨਹੀਂ ਆਉਣਾ। ਸਾਧ ਸੰਗਤ ਜੀ, ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਵੀ ਫਰਮਾਨ ਕਰਦੇ ਨੇ, ਕਹਿੰਦੇ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ। ਨਾਨਕ ਵਿਨ ਵੈਤ ਸਹਿ ਸਰੇਵ ਹੋ ਜਾਂ ਕੇ ਜੀ ਪ੍ਰਾਣਾ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਹੇ ਭਾਈ ਅਸੀਂ ਤਾਂ ਨਾ ਕਹਿੰਦੇ ਇੱਕ ਦਮ ਦੇ ਆਦਮੀ ਆ। ਕਹਿੰਦੇ ਜੇ ਤਾਂ ਕਹਿੰਦੇ ਸਾਹ ਆ ਗਿਆ ਤਾਂ ਕਹਿੰਦੇ ਆਦਮੀ ਆ, ਜੇ ਕਹਿੰਦੇ ਸਾਹ ਨਾ ਆਇਆ ਨਾ ਤਾਂ ਇਹ ਜਿਹੜਾ ਸਰੀਰ ਆ ਕਹਿੰਦੇ ਮਿੱਟੀ ਦੀ ਢੇਰੀ ਹੋ ਜਾਣਾ। ਸੋ ਸਾਨੂੰ ਕਬੀਰ ਜੀ ਵੀ ਫਰਮਾਨ ਕਰਦੇ ਨੇ, ਕਹਿੰਦੇ ਕਬੀਰ ਸੂਤਾ ਕਿਆ ਕਰਹਿ ਉੱਠ ਕੇ ਨਾ ਜਪਹਿ ਮੁਰਾਰ। ਇੱਕ ਦਿਨ ਸੌਂਵਨ ਹੋਏਗੋ ਲਾਂਭੇ ਗੌਂਡ ਪਸਾਰ। ਪਰਮ ਪਿਆਰੀ ਸਾਧ ਸੰਗਤ ਜੀ, ਮਨੁੱਖ ਦਾ ਇਹ ਵਿਰਦਾ। ਮਨੁੱਖ ਕੀ ਕਰਦਾ ਵੀ ਕੋਈ ਗੱਲ ਨਹੀਂ, ਬਥੇਰੀ ਉਮਰ ਪਈ ਆ, ਖਾਣ ਪੀਣ ਦੀ ਉਮਰ ਹੈ, ਸੌਣ ਦੀ ਉਮਰ ਹੈ। ਉਹ ਅੱਜ ਦਾ ਜੋ ਸਾਧ ਸੰਗਤ ਜੀ ਯੁੱਗ ਚੱਲ ਰਿਹਾ ਨਾ ਫੋਨ ਦਾ, ਸਾਧ ਸੰਗਤ ਜੀ ਸਾਰੀ ਸਾਰੀ ਦਿਹਾੜੀ ਸਾਰੀ ਰਾਤ ਬੱਚੇ ਫੋਨਾਂ 'ਤੇ ਲੱਗੇ ਰਹਿੰਦੇ ਨੇ। ਅਤੇ ਸਾਰੀ ਰਾਤ ਜਦੋਂ ਫੋਨਾਂ 'ਤੇ ਲੱਗੇ ਰਹਿੰਦੇ ਨੇ ਤਾਂ ਸਵੇਰ ਦੇਰੀ ਤੱਕ ਉੱਠਦੇ ਨੇ। ਸਤਿਗੁਰੂ ਜੀ ਫਿਰ ਫਰਮਾਨ ਕਰਦੇ ਨੇ, ਕਹਿੰਦੇ ਕਬੀਰ ਮਨ ਨੂੰ ਸੰਬੋਧਨ ਕਰਦੇ ਨੇ ਕਬੀਰ ਜੀ। ਕਹਿੰਦੇ ਕਬੀਰ ਸੁੱਤਾ ਕਿਆ ਕਰਹਿ ਉੱਠ ਕੇ ਨਾ ਜਪੈ ਮੁਰਾਰ। ਕਹਿੰਦੇ ਭਾਈ ਤੂੰ ਸੁੱਤਾ ਕਿਆ ਕਰਦਾ। ਕਹਿੰਦੇ ਉੱਠ ਕੇ ਉਸ ਪਰਮਾਤਮਾ ਦਾ ਨਾਮ ਨਹੀਂ ਜਪਦਾ। ਕਹਿੰਦੇ ਭਾਈ ਇੱਕ ਦਿਨ ਇਹੋ ਜਿਹਾ ਆਉਣਾ, ਇੱਕ ਦਿਨ ਸੌਂਬਨ ਹੋਏਗਾ ਲਾਂਬੇ ਗੌਂਡ ਪਸਾਰ। ਕਹਿੰਦੇ ਭਾਈ ਤੂੰ ਆਪਣੀ ਨੀਂਦ ਤਿਆਗ ਕੇ ਨਾ ਉਸ ਪਰਮਾਤਮਾ ਦਾ ਨਾਮ ਜਪਿਆ ਕਰ। ਕਹਿੰਦੇ ਭਾਈ ਸੌਣ ਦੀ ਜੇ ਤੂੰ ਗੱਲ ਕਰਦਾ ਨਾ ਤਾਂ ਕਹਿੰਦੇ ਇੱਕ ਦਿਨ ਇਹੋ ਜਿਹਾ ਆ ਜਾਣਾ, ਕਹਿੰਦੇ ਭਾਈ ਤੂੰ ਲੰਬੀ ਨੀਂਦ ਸੌਂ ਜਾਣਾ, ਲਾਂਬੇ ਗੌਂਡ ਪਸਾਰ। ਕਹਿੰਦੇ ਲੰਬਾ ਸੰਬਾ ਤਾਂ ਸੌਂ ਜਾਣਾ, ਕਹਿੰਦੇ ਭਾਈ ਤੈਨੂੰ ਬੜੀਆਂ ਆਵਾਜ਼ਾਂ ਪੈਣੀਆਂ ਪਰ ਤੈਂ ਕਹਿੰਦੇ ਇੱਕ ਦਿਨ ਨਹੀਂ ਉੱਠਣਾ। ਸੋ ਸਤਿਗੁਰੂ ਜੀ ਵੀ ਸਾਨੂੰ ਫਰਮਾਨ ਕਰਦੇ ਨੇ ਗੁਰਬਾਣੀ ਦੇ ਵਿੱਚ, ਕਹਿੰਦੇ ਚੇਤਨਾ ਹੈ ਤਉ ਚੇਤ ਲੈ ਨਿਸ ਦਿਨ ਮਹਿ ਪ੍ਰਾਨੀ। ਛਿਨ ਛਿਨ ਔਦ ਵਿਹਾਤ ਹੈ ਫੂਟੇ ਘਟ ਜਿਉ ਪਾਨੀ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਜਿੱਦਾਂ ਕਹਿੰਦੇ ਘੜੇ ਦੇ ਵਿੱਚੋਂ ਭਾਈ ਨਾ ਕਹਿੰਦੇ ਸਿਮ ਕਰਕੇ ਕਹਿੰਦੇ ਪਾਣੀ ਜਿਹੜਾ ਖਤਮ ਹੋ ਜਾਂਦਾ, ਇਸੇ ਤਰ੍ਹਾਂ ਕਹਿੰਦੇ ਸਾਡੇ ਸਵਾਸ ਨੇ। ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। 84 ਲੱਖ ਜੂਨਾਂ ਦੇ ਵਿੱਚੋਂ ਅਸੀਂ ਭਟਕਦੇ ਆ ਰਹੇ ਹਾਂ। ਸਤਿਗੁਰੂ ਜੀ ਨੇ ਸਾਡੇ 'ਤੇ ਤਰਸ ਕੀਤਾ, ਦਇਆ ਰਹਿਮਤ ਕੀਤੀ ਹੈ, ਸਾਨੂੰ ਇਸ ਦੇਹੀ ਦੀ ਬਖਸ਼ਿਸ਼ ਕੀਤੀ ਹੈ। ਸੋ ਭਾਈ ਕਹਿੰਦੇ ਇਸ ਦੇਹੀ ਦੇ ਵਿੱਚ ਨਾ ਕਹਿੰਦੇ ਪਰਮਾਤਮਾ ਨੇ ਸਵਾਸ ਪਾ ਦਿੱਤੇ ਨੇ। ਕਹਿੰਦੇ ਇਹ ਪੂਰੇ ਨੇ। ਕਹਿੰਦੇ ਮਤ ਤੂੰ ਇਹ ਮਤ ਸਮਝ ਲਈ ਵੀ ਮੇਰਾ ਬਹੁਤ ਸਮਾਂ ਪਿਆ। ਸਤਿਗੁਰੂ ਜੀ ਕਹਿੰਦੇ ਭਾਈ ਇਹ ਨਹੀਂ ਪਤਾ ਕਹਿੰਦੇ ਤੇਰੀ ਵਾਰੀ ਕਦੋਂ ਆ ਜਾਣੀ ਹੈ, ਕਦੋਂ ਤੈਨੂੰ ਕਹਿੰਦੇ ਉੱਪਰੋਂ ਕਹਿੰਦੇ ਖੱਤ ਤੇਰਾ ਜਿਹੜਾ ਕਹਿੰਦੇ ਸਤਿਗੁਰਾਂ ਨੇ ਭੇਜ ਦੇਣਾ, ਜਮਾਂ ਦੀ ਤੇਰੇ 'ਤੇ ਮਾਰ ਪੈ ਜਾਣੀ ਹੈ। ਇੱਕ ਦਿਨ ਕਹਿੰਦੇ ਤੈਂ ਇਸ ਸੰਸਾਰ ਤੋਂ ਆ ਜਿਹੜਾ ਕਹਿੰਦੇ ਉਹ ਕੂਚ ਕਰ ਜਾਣਾ। ਫਿਰ ਸਾਨੂੰ ਸਾਧ ਸੰਗਤ ਜੀ ਜਿਹੜੇ ਸੰਤ ਹੁੰਦੇ ਨੇ ਨਾ, ਗੁਰਮੁਖ ਜਨ, ਕਹਿੰਦੇ ਪਰਮਾਤਮਾ ਦੇ ਕਹਿੰਦੇ ਜੋ ਗੁਰਮੁਖ ਦਾ ਨਾਮ ਜਪਦੇ ਨੇ, ਪਰਮਾਤਮਾ ਦੇ ਬੱਚੇ ਕਹਿ ਲਈਏ ਆਪਾਂ, ਗੁਰ ਸਿੱਖ ਕਹਿ ਲਈਏ, ਉਹ ਸੰਤ ਜਨ ਕਹਿ ਲਈਏ, ਕਹਿੰਦੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਿਹੋ ਪੁਕਾਰ। ਕਹਿੰਦੇ ਭਾਈ ਜਿਹੜੇ ਹਰੀ ਦੇ ਜਨ ਨੇ ਨਾ, ਪਰਮਾਤਮਾ ਦੇ ਸੇਵਕ ਗੁਰ ਸਿੱਖ, ਕਹਿੰਦੇ ਉਹ ਭਾਈ ਆਵਾਜ਼ਾਂ ਮਾਰ ਪੁਕਾਰ ਕੇ ਆਖਦੇ ਨੇ, ਕਹਿੰਦੇ ਭਾਈ ਪਰਮਾਤਮਾ ਘਟ ਘਟ ਦੇ ਵਿੱਚ ਵਸਦਾ।
ਉਸ ਨੂੰ ਭਾਈ ਹਰ ਵੇਲੇ ਯਾਦ ਕਰਿਆ ਕਰੋ। ਸਾਧ ਸੰਗਤ ਜੀ, ਆਪਾਂ ਥੋੜ੍ਹੀ ਜਿਹੀ ਵਿਚਾਰ ਕਰੀਏ ਗੁਰਬਾਣੀ ਕਿੱਥੋਂ ਆਈ ਹੈ। ਸਾਧ ਸੰਗਤ ਜੀ, ਗੁਰਬਾਣੀ ਸਤਿਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਜੀ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ। ਕਹਿੰਦੇ ਸਤਿਗੁਰੂ ਜਦੋਂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਨਾ, ਕਹਿੰਦੇ ਧੁੰਦ ਸੀ, ਪਹਿਲਾਂ ਤਾਂ ਕਹਿੰਦੇ ਧੁੰਦ ਹੀ ਧੁੰਦ ਸੀ। ਕਹਿੰਦੇ ਜਦੋਂ ਸਤਿਗੁਰੂ ਗੁਰੂ ਨਾਨਕ ਦਾ ਕਹਿੰਦੇ ਪ੍ਰਕਾਸ਼ ਹੋ ਗਿਆ ਨਾ, ਮਿਟੀ ਧੁੰਦ ਜਗ ਚਾਨਣ ਹੋਇਆ। ਕਹਿੰਦੇ ਪੂਰੇ ਜੱਗ ਦੇ ਵਿੱਚ ਕਹਿੰਦੇ ਚਾਨਣ ਛਾ ਗਿਆ, ਪ੍ਰਕਾਸ਼ ਹੋ ਗਿਆ। ਤਾਂ ਕਹਿੰਦੇ ਕਹਿੰਦੇ ਇੱਕ ਆਨੰਦਮਈ ਕਹਿੰਦੇ ਜੋ ਰਹੱਸ ਆ ਕਹਿੰਦੇ ਉਹ ਬਣ ਗਿਆ। ਫਿਰ ਕੀ ਕਹਿੰਦੇ ਨੇ, ਕਹਿੰਦੇ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ। ਕਹਿੰਦੇ ਭਾਈ ਇਹ ਜੇ ਤੂੰ ਬਾਣੀ ਦੀ ਗੱਲ ਕਰਦਾ ਨਾ, ਕਹਿੰਦੇ ਤਾਂ ਧੁਰ ਦਰਗਾਹੋਂ ਆਈ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨਾ, ਕਹਿੰਦੇ ਮਰਦਾਨਿਆਂ ਰਵਾਬ ਛੇੜ ਬਾਣੀ ਆਈ ਹੈ। ਅਤੇ ਸਾਧ ਸੰਗਤ ਜੀ, ਛੋਟੀ ਜਿਹੀ ਘਟਨਾ ਆਪ ਜੀ ਦੇ ਨਾਲ ਸਾਂਝੀ ਕਰਾਂ ਮੌਤ ਦੇ ਬਾਰੇ। ਦੇਖੋ ਤੁਸੀਂ, ਮੌਤ ਦਾ ਕਹਿੰਦੇ ਬੱਚਾ ਦੇਖੋ ਉਹਨੂੰ ਕਹਿੰਦੇ ਕਿੰਨਾ ਗਿਆਨ ਹੈ। ਸਾਧ ਸੰਗਤ ਜੀ, ਆਪ ਜੀ ਜਾਣਦੇ ਹੀ ਹੋ, ਕਹਿੰਦੇ ਨੱਥੂ ਨੰਗਲ ਪਿੰਡ ਦੇ ਵਿੱਚ ਇੱਕ ਸੁੱਖਾ ਰੰਧਾਵਾ ਕਹਿੰਦੇ ਜ਼ਿਮੀਂਦਾਰ ਰਹਿੰਦਾ। ਉਸ ਦੀ ਪਤਨੀ ਦਾ ਨਾਮ ਕਹਿੰਦੇ ਗੋਰਾ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ 1506 ਦੇ ਵਿੱਚ ਕਹਿੰਦੇ ਮਾਤਾ ਗੋਰਾ ਜੀ ਦੀ ਕੁੱਖੋਂ ਇੱਕ ਪੁੱਤਰ ਦਾ ਜਨਮ ਹੁੰਦਾ, ਜਿਸ ਦਾ ਨਾਂ ਕਹਿੰਦੇ ਬੂੜਾ ਰੱਖਿਆ ਜਾਂਦਾ। ਸਾਧ ਸੰਗਤ ਜੀ, ਕਹਿੰਦੇ ਸਮਾਂ ਆਪਣੀ ਚਾਲ ਚੱਲਦਾ ਜਾ ਰਿਹਾ। ਜਦੋਂ ਸਮਾਂ ਆਪਣੀ ਚਾਲ ਚੱਲਦਾ ਜਾ ਰਿਹਾ ਨਾ ਸਾਧ ਸੰਗਤ ਜੀ, ਕਹਿੰਦੇ ਬੂੜਾ ਜੀ ਦੀ ਉਮਰ ਕਹਿੰਦੇ 12 ਕੁ ਸਾਲ ਦੀ ਹੋ ਜਾਂਦੀ ਹੈ। ਸਾਧ ਸੰਗਤ ਜੀ, ਤੁਹਾਨੂੰ ਦੱਸ ਜੀ, ਇਹ ਜ਼ਿਮੀਂਦਾਰ ਪਰਿਵਾਰ ਹੈ, ਸਾਦਾ ਪਰਿਵਾਰ ਹੈ, ਕਹਿੰਦੇ ਜੋ ਕਿ ਆਪਣਾ ਕਹਿੰਦੇ ਖੇਤੀ ਕਰਕੇ ਗੁਜ਼ਾਰਾ ਕਰਦਾ। ਇੱਕ ਦਿਨ ਕਹਿੰਦੇ ਭਾਈ ਸੁੱਖਾ ਰੰਧਾਵਾ ਜੀ ਅਤੇ ਭਾਈ ਬੂੜਾ ਜੀ ਕਹਿੰਦੇ ਆਪਣੇ ਖੇਤਾਂ ਤੋਂ ਵਾਪਸ ਆ ਰਹੇ ਸੀ, ਤਾਂ ਰਾਸਤੇ ਦੇ ਵਿੱਚ ਕੀ ਦੇਖਦੇ ਨੇ, ਕਹਿੰਦੇ ਇੱਕ ਸੰਤ ਫਕੀਰ ਅਤੇ ਉਹਨਾਂ ਦੇ ਨਾਲ ਕਹਿੰਦੇ ਸਾਥੀ, ਕਹਿੰਦੇ ਰਸ ਭਿੰਨੀ ਆਵਾਜ਼ ਦੇ ਵਿੱਚ ਕਹਿੰਦੇ ਆਨੰਦਮਈ ਕਹਿੰਦੇ ਕੀਰਤਨ ਹੋ ਰਿਹਾ। ਕਹਿੰਦੇ ਆਨੰਦਮਈ ਕਹਿੰਦੇ ਗੂੰਜਾਂ ਗੂੰਜ ਰਹੀਆਂ ਨੇ, ਜਿਵੇਂ ਕਹਿੰਦੇ ਰਾਗ ਕਹਿੰਦੇ ਪਰੀਆਂ ਗਾ ਰਹੀਆਂ ਹੁਣ ਨਾ, ਕਹਿੰਦੇ ਇੱਦਾਂ ਮਹਿਸੂਸ ਹੁੰਦਾ। ਭਾਈ ਬੂੜਾ ਜੀ ਦੇ ਕੰਨੀ ਗੁਰਬਾਣੀ ਪੈਂਦੀ ਹੈ ਅਤੇ ਆਪਣੀ ਮਾਤਾ ਗੋਰਾ ਜੀ ਨੂੰ ਆ ਕੇ ਦੱਸਦੇ ਨੇ, ਕਹਿੰਦੇ ਹੇ ਮਾਤਾ, ਅੱਜ ਜਦੋਂ ਅਸੀਂ ਆ ਰਹੇ ਸੀ ਨਾ, ਤਾਂ ਰਾਸਤੇ ਦੇ ਵਿੱਚ ਇੱਕ ਸੰਤ ਫਕੀਰ ਕਹਿੰਦੇ ਬੜੀ ਹੀ ਕਹਿੰਦੇ ਆਨੰਦਮਈ ਕਹਿੰਦੇ ਗੁਰਬਾਣੀ ਗਾਇਨ ਕਰ ਰਿਹਾ ਸੀ। ਹੇ ਮੇਰੀ ਮਾਂ, ਕਹਿੰਦੇ ਉਸ ਪਰਮਾਤਮਾ ਨੂੰ ਕਹਿੰਦੇ ਬੜੇ ਹੀ ਕਹਿੰਦੇ ਸੁਚੱਜੇ ਢੰਗ ਨਾਲ ਗਾ ਰਿਹਾ ਸੀ। ਅਤੇ ਕਹਿੰਦੇ ਜਦੋਂ ਕਹਿੰਦੇ ਰਬਾਬ ਦੀ ਤਾਰ ਛਿੜਦੀ ਸੀ ਨਾ, ਤਾਂ ਮਨ ਦੇ ਵਿੱਚ ਕਹਿੰਦੇ ਇੱਕ ਕਹਿੰਦੇ ਇੰਨਾ ਆਨੰਦ ਬਣ ਜਾਂਦਾ ਸੀ ਨਾ, ਅਤੇ ਬੜਾ ਸਕੂਨ ਮਿਲਦਾ ਸੀ। ਕਹਿੰਦੇ ਜੇ ਕਿਤੇ ਕਹਿੰਦੇ ਰਬਾਬ ਬੰਦ ਵੀ ਹੋ ਜਾਂਦੀ ਸੀ ਨਾ, ਤਾਂ ਕਹਿੰਦੇ ਉਹ ਗੂੰਜਾਂ ਹੀ ਇੰਨੀਆਂ ਸੀ ਕਿ ਕਹਿੰਦੇ ਮੇਰੇ ਮਨ ਨੂੰ ਕਹਿੰਦੇ ਮੋਹ ਲਿਆ। ਮਾਤਾ ਆਪਣੀ ਮਾਂ ਗੋਰਾ ਜੀ ਨੂੰ ਦੱਸ ਰਹੇ ਨੇ ਭਾਈ ਬੂੜਾ ਜੀ, ਅਤੇ ਨਾਲ ਹੀ ਆਖਦੇ ਨੇ ਕਿ ਇਹ ਮੇਰੀ ਮਾਂ, ਮੇਰਾ ਬੜਾ ਮਨ ਕਰਦਾ ਕਿ ਮੈਂ ਉਸ ਸੰਤ ਦੀ ਸੇਵਾ ਕਰਾਂ, ਮੈਂ ਉਸ ਸੰਤ ਨੂੰ ਕਹਿੰਦੇ ਮਿਲਣਾ ਚਾਹੁੰਦਾ। ਆਪਣੀ ਮਾਂ ਨੂੰ ਆਖਦੇ ਨੇ ਕਿ ਹੇ ਮਾਂ, ਤੂੰ ਨਾ ਕਾੜਨੀ ਦੇ ਵਿੱਚੋਂ ਮੈਨੂੰ ਦੁੱਧ ਦਾ ਵਾਟਾ ਦੇ, ਮੈਂ ਉਸ ਸੰਤ ਨੂੰ, ਉਸ ਫਕੀਰ ਨੂੰ ਪਿਲਾ ਕੇ ਆਉਣਾ। ਅਤੇ ਮਾਤਾ ਗੋਰਾ ਜੀ ਆਪਣੇ ਬੱਚੇ ਬੂੜਾ ਜੀ ਦੇ ਕਹਿੰਦੇ ਬਚਨ ਸੁਣਦੀ ਹੈ, ਅਤੇ ਜਦੋਂ ਬਚਨ ਸੁਣਦੀ ਹੈ ਨਾ ਸਾਧ ਸੰਗਤ ਜੀ, ਅਤੇ ਇੱਕ ਵਾਟਾ ਲੈਂਦੀ ਹੈ ਅਤੇ ਉਸ ਦੇ ਵਿੱਚ ਕਹਿੰਦੇ ਕਾੜਨੀ ਦੇ ਵਿੱਚੋਂ ਦੁੱਧ ਪਾ ਦਿੰਦੀ ਹੈ। ਹੁਣ ਭਾਈ ਬੂੜਾ ਜੀ ਕਹਿੰਦੇ ਜਾ ਰਹੇ ਨੇ, ਸਾਧ ਸੰਗਤ ਜੀ ਜਦੋਂ ਜਾ ਰਹੇ ਨੇ ਨਾ ਬਾਟਾ ਦੁੱਧ ਦਾ ਲੈ ਕੇ, ਤਾਂ ਦੇਖਦੇ ਨੇ ਇੱਕ ਰਸ ਭਿੰਨਾ ਕੀਰਤਨ ਹੋ ਰਿਹਾ, ਬੜਾ ਆਨੰਦ ਬਣਿਆ। ਅਤੇ ਜਾ ਕੇ ਸੰਤ ਜੀ ਨੂੰ ਨਮਸਕਾਰਾਂ ਕਰਦੇ ਨੇ, ਭਾਈ ਗੁਰੂ ਨਾਨਕ ਪਾਤਸ਼ਾਹ ਨੂੰ ਭਾਈ ਬੂੜਾ ਜੀ ਨਮਸਕਾਰਾਂ ਕਰਦੇ ਨੇ, ਅਤੇ ਨਾਲ ਹੀ ਆਖਦੇ ਨੇ ਹੇ ਸੰਤ ਫਕੀਰ ਜੀ, ਮੈਂ ਆਪ ਜੀ ਦੀ ਸੇਵਾ ਕਰਨਾ ਚਾਹੁੰਦਾ। ਮੇਰੀ ਮਾਂ ਨੇ ਆਪ ਜੀ ਲਈ ਕਾੜ ਕੇ ਦੁੱਧ ਭੇਜਿਆ, ਆਪ ਜੀ ਛਕਣਾ ਕਰੋ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚੋਂ ਜਦੋਂ ਕਹਿੰਦੇ ਉਹਨਾਂ ਨੇ ਕਹਿੰਦੇ ਰਸ ਭਿੰਨਾ ਕਹਿੰਦੇ ਕੀਰਤਨ ਰੋਕਿਆ ਨਾ, ਤਾਂ ਇੱਕ ਕਹਿੰਦੇ ਬੜਾ ਸ਼ਾਂਤ ਕਹਿੰਦੇ ਜਿਵੇਂ ਮਨ ਨੂੰ ਸ਼ਾਂਤੀ ਮਿਲ ਰਹੀ ਹੋਵੇ ਨਾ, ਆਨੰਦ ਵਰਸ ਰਿਹਾ ਸਾਧ ਸੰਗਤ ਜੀ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਬੂੜਾ ਜੀ ਨੂੰ ਆਖਦੇ ਨੇ, ਕਹਿੰਦੇ ਭਾਈ ਤੂੰ ਬੱਚਾ, ਕਹਿੰਦੇ ਤੂੰ ਕਿਵੇਂ, ਕਹਿੰਦੇ ਹੇ ਸੰਤ ਜੀ, ਕਹਿੰਦੇ ਮੇਰੀ ਮਾਂ ਨੇ ਨਾ ਤੁਹਾਡੇ ਲਈ ਕਹਿੰਦੇ ਕਾੜਨੀ ਤੋਂ ਦੁੱਧ ਭੇਜਿਆ, ਕਾੜ ਕੇ ਆਪ ਜੀ ਛਕਣਾ ਕਰੋ। ਅਤੇ ਨਾਲ ਹੀ ਫਰਮਾਨ ਕਰਦੇ ਨੇ, ਕਹਿੰਦੇ ਹੇ ਸੰਤ ਜੀ, ਕਹਿੰਦੇ ਮੈਨੂੰ ਉਸ ਰੱਬ ਦੀ ਘਰ ਦੀ ਕੋਈ ਗੱਲ ਸੁਣਾਓ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਉਸ ਬੱਚੇ 'ਤੇ ਭਾਈ ਬੂੜਾ ਜੀ ਦੇ ਤਰਸ ਖਾ ਕੇ ਆਖਦੇ ਨੇ, ਕਹਿੰਦੇ ਤੇਰੀ ਇੰਨੀ ਛੋਟੀ ਉਮਰ, ਤੈਨੂੰ ਕਿਵੇਂ ਕਹਿੰਦੇ ਵੀ ਲਗਨ ਲੱਗੀ। ਅਤੇ ਉਹ ਆਖਦਾ, ਸੰਤ ਜੀ ਮੌਤ ਕਹਿੰਦੇ ਕਿਸੇ ਦਾ ਕਹਿੰਦੇ ਉਡੀਕ ਨਹੀਂ ਕਰਦੀ, ਮੌਤ ਪਤਾ ਨਹੀਂ ਮੌਤ ਨੇ ਕਦੋਂ ਆ ਜਾਣਾ। ਮੈਂ ਸੋਚਦਾ
ਕਿਤੇ ਮੈਂ ਆਪਣਾ ਜੀਵਨ ਇੱਦਾਂ ਅਜਾਈਂ ਨਾ ਗਵਾ ਦਿਆਂ। ਮੈਂ ਉਸ ਸੰਸਾਰ ਤੋਂ ਉਸ ਪਰਮਾਤਮਾ ਦਾ ਕਹਿੰਦੇ ਜੋ ਕੀਰਤੀ ਆ ਨਾ ਉਹ ਖੱਟ ਕੇ ਜਾਵਾਂ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਫਰਮਾਨ ਕਰਦੇ ਨੇ ਭਾਈ ਬੁੱਢਾ ਜੀ ਨੂੰ, ਇੰਨੀ ਛੋਟੀ ਉਮਰ ਕਹਿੰਦੇ ਤੂੰ ਗੱਲਾਂ ਸਿਆਣਿਆਂ ਵਾਲੀਆਂ ਕਰ ਰਿਹਾ। ਕਹਿੰਦੇ ਅੱਜ ਤੋਂ ਤੇਰਾ ਨਾਂ ਬੂढ़ਾ ਨਹੀਂ, ਭਾਈ ਬੁੱਢਾ ਜੀ ਰੱਖਿਆ ਜਾਂਦਾ। ਸਾਧ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਜੀ ਦੇਖੋ ਤੁਸੀਂ ਭਾਈ ਬੁੱਢਾ ਜੀ ਨੇ ਕਹਿੰਦੇ ਦੁੱਧ ਦੇ ਵਾਟੇ ਦੀ ਸੇਵਾ ਕੀਤੀ ਨਾ। ਦੇਖੋ ਕਹਿੰਦੇ ਇਹ ਅੱਜ ਦੁੱਧ ਦੀ ਜੋ ਸੇਵਾ ਨਾ ਕਹਿੰਦੇ ਉਹਦੀ ਕਹਿੰਦੇ ਜ਼ਿੰਦਗੀ ਕਹਿੰਦੇ ਹਮੇਸ਼ਾ ਕਹਿੰਦੇ ਸੰਤਾਂ ਦੇ ਕਹਿੰਦੇ ਚਰਨਾਂ ਦੇ ਵਿੱਚ ਹੀ ਗੁਜ਼ਰਨੀ ਹੈ ਸਾਰੀ। ਸਾਧ ਸੰਗਤ ਜੀ ਦੇਖੋ ਤੁਸੀਂ ਕਹਿੰਦੇ ਉਸ ਬੱਚੇ ਨੂੰ ਵੀ ਮੌਤ ਦਾ ਗਿਆਨ ਹੁੰਦਾ, ਪਰ ਅੱਜ ਦਾ ਮਨੁੱਖ ਸਾਧ ਸੰਗਤ ਜੀ ਕਹਿੰਦੇ ਸੰਤ ਕਹਿੰਦੇ ਪੁਕਾਰ ਪੁਕਾਰ ਆਖ ਜਾਂਦੇ ਨੇ, ਸੰਤਨ ਕਿਹੋ ਪੁਕਾਰ ਕਹਿੰਦੇ ਘੱਟ ਘੱਟ ਮੈਂ ਹਰਜੂ ਵਸੈ, ਸੰਤਨ ਕਿਹੋ ਪੁਕਾਰ ਭਾਈ ਉਸ ਪਰਮਾਤਮਾ ਦਾ ਨਾਮ ਜਪ ਲਓ। ਪਰ ਕਹਿੰਦੇ ਹੇ ਮਨੁੱਖ ਤੂੰ ਉਸ ਪਰਮਾਤਮਾ ਦਾ ਨਾਮ ਨਹੀਂ ਜਪਦਾ। ਫਿਰ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਭਾਈ ਕਹਿੰਦੇ ਤੂੰ ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਆਖਰ ਨੂੰ ਇੱਕ ਦਿਨ ਇੱਦਾਂ ਦਾ ਆ ਜਾਣਾ ਕਿ ਭਾਈ ਤੇਰਾ ਮਨ ਕਰੂਗਾ ਪਰ ਤੂੰ ਉਸ ਪਰਮਾਤਮਾ ਦਾ ਨਾਮ ਨੂੰ ਕਹਿੰਦੇ ਜਪਣ ਦੀ ਕੋਸ਼ਿਸ਼ ਬੜੀ ਕਰੇਗਾ, ਪਰ ਤੇਰੇ 'ਤੇ ਕਹਿੰਦੇ ਜਮਾਂ ਦੀ ਮਾਰ ਪੈ ਜਾਣੀ ਹੈ, ਤਾਂ ਬੁੱਢਾ ਹੋ ਜਾਣਾ, ਆਖਰ ਨੂੰ ਕਹਿੰਦੇ ਤੈਨੂੰ ਇਸ ਸੰਸਾਰ ਤੋਂ ਕੂਚ ਕਰਨਾ ਪੈਣਾ। ਸਾਧ ਸੰਗਤ ਜੀ ਸਾਰੀ ਉਮਰ ਲੰਘ ਜਾਂਦੀ ਹੈ ਅਤੇ ਜਦੋਂ ਲਾਸਟ ਵਾਲੀ ਕਹਿੰਦੇ ਸਟੇਜ ਦੇ ਵਿੱਚ ਆ ਜਾਂਦਾ ਨਾ ਮਨੁੱਖ, ਸਾਧ ਸੰਗਤ ਜੀ ਉਦੋਂ ਕਹਿੰਦੇ ਜਮਾਂ ਦੀ ਮਾਰ ਪੈਂਦੀ ਆ ਨਾ, ਤਾਂ ਫਿਰ ਜਮਾਂ ਨੂੰ ਆਖਦਾ ਕਰੋ ਅਰਦਾਸ ਗਾਵ ਕਿਛ ਬਾਕੀ, ਲੇਹੋ ਨਿਵੇਰ ਆਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੋਂ, ਸੁਬਹ ਸਰਾਏ ਨਿਵਾਜ ਗੁਜ਼ਾਰੋਂ। ਕਹਿੰਦੇ ਫਿਰ ਜਮਾਂ ਅੱਗੇ ਤਰਲੇ ਮਿੰਨਤਾਂ ਕਰਦਾ, ਕਹਿੰਦੇ ਮੈਨੂੰ ਇੱਕ ਰਾਤ ਦੇ ਦਿਓ, ਕਰੋ ਅਰਦਾਸ ਗਾਵ ਕਿਛ ਬਾਕੀ, ਲੇਹੋ ਨਿਵੇਰ ਅੱਜ ਕੀ ਰਾਤੀ, ਕਹਿੰਦੇ ਮੈਨੂੰ ਅੱਜ ਦੀ ਰਾਤ ਦੇ ਦਿਓ, ਬੇਸ਼ੱਕ ਕੱਲ੍ਹ ਮੈਨੂੰ ਲੈ ਜਿਓ। ਕਹਿੰਦੇ ਕਿਛ ਵੀ ਖਰਚ ਤੁਮਾਰਾ ਸਾਰੋਂ, ਕਹਿੰਦੇ ਤੁਹਾਨੂੰ ਧਨ ਚਾਹੀਦਾ ਨਾ। ਸਾਧ ਸੰਗਤ ਜੀ ਦੇਖੋ ਮਨੁੱਖ ਲਾਸਟ ਵਾਲੀ ਸਟੇਜ 'ਤੇ ਜਦੋਂ ਜੰਮ ਆਉਂਦੇ ਨੇ ਨਾ, ਜਮਾਂ ਦੀ ਮਾਰ ਪੈਂਦੀ ਹੈ, ਕਹਿੰਦੇ ਹੱਥ ਮਰੋੜਾ ਤਨ ਕਪੈ ਸਿਆਹੋ ਹੋਆ ਸੇਤ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਭਾਈ ਜਮਾਂ ਨੇ ਆਉਣਾ, ਕਹਿੰਦੇ ਤੇਰੇ ਹੱਥਾਂ ਪੈਰਾਂ ਨੂੰ ਕਹਿੰਦੇ ਮਰੋੜ ਕੇ ਲੈ ਜਾਣਾ। ਕਹਿੰਦੇ ਫਿਰ ਕੀ, ਕਹਿੰਦੇ ਤੂੰ ਤਰਲੇ ਕਰਦਾ ਨਾ। ਸਾਧ ਸੰਗਤ ਜੀ ਕਹਿੰਦੇ ਕਰੋ ਅਰਦਾਸ ਗਾਵ ਕਿਛ ਬਾਕੀ, ਲੇਹੋ ਨਿਵੇਰ ਆਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੋਂ, ਸੁਬਹ ਸਰਾਏ ਨਿਵਾਜ ਗੁਜ਼ਾਰੋ। ਤੁਹਾਨੂੰ ਜਮਾਂ ਨੂੰ ਕਹਿੰਦਾ ਤੁਹਾਨੂੰ ਸੋਨਾ ਚਾਹੀਦਾ, ਮੈਂ ਦੇ ਦਿੰਦਾ, ਤੁਹਾਨੂੰ ਪੈਸਾ ਧਨ ਚਾਹੀਦਾ, ਮੈਂ ਦੇ ਦਿੰਦਾ, ਜ਼ਮੀਨ ਜਾਇਦਾਦਾਂ ਚਾਹੀਦੀਆਂ, ਮੈਂ ਦੇ ਦਿੰਦਾ, ਪਰ ਮੈਨੂੰ ਇੱਕ ਰਾਤ ਦੇ ਦਿਓ। ਫਿਰ ਜੰਮ ਪੁੱਛਦੇ ਨੇ, ਕਹਿੰਦੇ ਤੂੰ ਇੱਕ ਰਾਤ ਦਾ ਕੀ ਕਰੇਂਗਾ? ਕਹਿੰਦੇ ਮੈਂ ਭਾਈ ਸਵੇਰੇ ਅੰਮ੍ਰਿਤ ਵੇਲੇ ਉੱਠਾਂਗਾ, ਉੱਠ ਕੇ ਕਹਿੰਦੇ ਨਿਵਾਜ ਅਦਾ ਕਰਾਂਗਾ ਅਤੇ ਪਰਮਾਤਮਾ ਦਾ ਕਹਿੰਦੇ ਸ਼ੁਕਰਾਨਾ ਕਰਾਂਗਾ, ਅਤੇ ਕਹਿੰਦੇ ਮੈਨੂੰ ਦਰਗਾਹ ਵਿੱਚ ਢੋਈ ਮਿਲ ਜਾਏਗੀ। ਫਿਰ ਜੰਮ ਆਖਦੇ ਨੇ, ਕਹਿੰਦੇ ਤੈਨੂੰ ਇੰਨੀ ਉਮਰ ਦਿੱਤੀ ਸੀ। ਸਾਧ ਸੰਗਤ ਜੀ ਦੇਖੋ ਤੁਸੀਂ ਕਹਿੰਦੇ ਪਰਮਾਤਮਾ ਨੇ ਕਹਿੰਦੇ ਦੇਖੋ ਆਪਾਂ ਨੂੰ ਕਹਿੰਦੇ ਇੰਨਾ ਸਮਾਂ ਦਿੱਤਾ ਸੀ ਨਾ, ਫਿਰ ਕਹਿੰਦੇ ਜਦੋਂ ਆਪਾਂ ਇੰਨੀ ਉਮਰ ਦੇ ਵਿੱਚ ਨਹੀਂ ਨਾ ਜਪਿਆ, ਫਿਰ ਲਾਸਟ ਦੇ ਵਿੱਚ ਕਹਿੰਦੇ ਆਪਾਂ ਕਿੱਥੇ ਜਪਣਾ। ਸਾਧ ਸੰਗਤ ਜੀ ਮਨੁੱਖ ਨੂੰ ਕਹਿੰਦੇ ਉਦੋਂ ਹੀ ਸਮਝ ਪੈਂਦੀ ਹੈ, ਕਹਿੰਦੇ ਦੇਖੋ ਤੁਸੀਂ ਕਹਿੰਦੇ ਇਹਦੀ ਸਾਰੀ ਉਮਰ ਲੰਘ ਜਾਂਦੀ ਹੈ, ਪਰ ਕਹਿੰਦੇ ਇਹ ਸਵਾਸਾਂ ਦੀ ਕਹਿੰਦੇ ਇੰਨੀ ਕੀਮਤ ਆ ਨਾ। ਕਹਿੰਦੇ ਜਦੋਂ ਹੌਸਪੀਟਲ ਦੇ ਵਿੱਚ ਕਹਿੰਦੇ ਕੋਈ ਬੰਦਾ ਐਡਮਿਟ ਹੁੰਦਾ ਨਾ, ਤਾਂ ਬੰਦਾ ਆਖਦਾ ਕਿ ਮੈਂ ਪੈਸੇ ਦਾ ਇੰਤਜ਼ਾਮ ਕਰਾਂਗਾ ਪਰ ਤੁਸੀਂ ਇਸ ਨੂੰ ਬਚਾ ਲਓ, ਪਰ ਉੱਥੇ ਡਾਕਟਰ ਵੀ ਹੱਥ ਖੜੇ ਕਰ ਦਿੰਦੇ ਨੇ, ਉਹ ਡਾਕਟਰ ਵੀ ਆਖ ਦਿੰਦੇ ਨੇ ਕਿ ਵੀ ਅਸੀਂ ਕੁਛ ਨਹੀਂ ਕਰ ਸਕਦੇ। ਪਿਆਰੀ ਸਾਧ ਸੰਗਤ ਜੀ ਸਾਨੂੰ ਪੰਚਮ ਪਾਤਸ਼ਾਹ ਜੀ ਵੀ ਫਰਮਾਨ ਕਰਦੇ ਨੇ, ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤੋਂ ਕੁ ਫਖੜੇ, ਸਭ ਮੁਕਦੀ ਚੱਲੀ ਰਹਿਣ। ਸਾਧ ਸੰਗਤ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਨ ਕਰਦੇ ਨੇ, ਕਹਿੰਦੇ ਹੇ ਪ੍ਰਾਣੀ ਭਾਈ ਤੂੰ ਇਸ ਸੰਸਾਰ 'ਤੇ ਕਹਿੰਦੇ ਭਾਈ ਲਾਹਾ ਲੈਣ ਆਇਆ ਲਾਹਾ ਲੈਣ, ਕਹਿੰਦੇ ਕੁਦਮ, ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ, ਸਭ ਮੁਕਦੀ ਚੱਲੀ ਰਹਿਣ। ਕਹਿੰਦੇ ਤੂੰ ਭਾਈ ਕਿਹੜੇ ਕੰਮਾਂ ਦੇ ਵਿੱਚ ਪੈ ਗਿਆ? ਕਹਿੰਦੇ ਖਾ ਲਿਆ, ਪੀ ਲਿਆ, ਸੌਂ ਲਿਆ, ਕਹਿੰਦੇ ਫਜ਼ੂਲ ਦੇ ਖਰਚੇ ਕਰ ਲਏ, ਕਹਿੰਦੇ ਲੱਗਾ ਕਿਤ ਕੋ ਫਕੜੇ, ਕਹਿੰਦੇ ਭਾਈ ਤੂੰ ਕਿਹੜੇ ਕੰਮਾਂ ਦੇ ਵਿੱਚ ਪੈ ਗਿਆ? ਸਭ ਮੁੱਕਦੀ ਚੱਲੀ ਰਹਿਣ। ਕਹਿੰਦੇ ਭਾਈ ਤੇਰੀ ਨਾ ਕਹਿੰਦੇ ਜਿਹੜੀ ਉਮਰ ਆ ਕਹਿੰਦੇ ਉਹ ਖਤਮ ਹੁੰਦੀ ਜਾ ਰਹੀ ਹੈ। ਫਿਰ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਭਲਕੇ ਉੱਠ ਪਪੂਲੀ ਹੈ, ਬਿਨ ਬੂਝੈ ਮੁਗਧ ਅਜਾਣ। ਕਹਿੰਦੇ ਤੂੰ ਹਰ ਰੋਜ਼ ਕਹਿੰਦੇ ਉੱਠਦਾ ਆਪਣੇ ਸਰੀਰ ਨੂੰ ਕਹਿੰਦੇ ਸੋਹਣਾ ਬਣਾਉਣਾ, ਕਹਿੰਦੇ ਸੋਹਣਾ ਬਣਾ ਕੇ ਨਾ ਭਲਕੇ ਉੱਠ ਪਪੂਲੀ ਹੈ, ਬਿਨ ਬੂਝੈ ਮੁਗਧ ਅਜਾਣ। ਪਰ ਕਹਿੰਦੇ ਤੂੰ ਉਸ ਪਰਮਾਤਮਾ ਨੂੰ ਕਹਿੰਦੇ ਯਾਦ ਨਹੀਂ ਕਰਦਾ, ਉਸ ਪਰਮਾਤਮਾ ਦੇ ਨਾਂ ਤੋਂ ਕਹਿੰਦੇ ਤੂੰ ਬੇਸੰਗਣਾ ਹੋਇਆ ਪਿਆ, ਬੇਸਮਝ ਹੋਇਆ ਪਿਆ। ਹੇ ਮੂਰਖ ਪ੍ਰਾਣੀ ਸੋ ਪ੍ਰਭ ਚਿਤ ਨਾ ਆਇਓ, ਕਹਿੰਦੇ ਤੈਨੂੰ ਉਹ ਪਰਮਾਤਮਾ ਚੇਤੇ ਨਹੀਂ ਆਇਆ, ਕਹਿੰਦੇ ਛੂਟੇਗੀ ਬੇਵਾਣ।
ਕਹਿੰਦੇ ਇੱਕ ਦਿਨ ਕਹਿੰਦੇ ਇਹੋ ਜਿਹਾ ਆ ਜਾਣਾ ਕਹਿੰਦੇ ਭਾਈ ਤਾਂ ਇਹਨੂੰ ਆਪਣੀ ਜਿਹੜੀ ਦੇਹ ਜਿਹੜੀ ਕਹਿੰਦੇ ਛੱਡਣੀ ਪੈਣੀ ਹੈ। ਫਿਰ ਸਤਿਗੁਰੂ ਜੀ ਕਹਿੰਦੇ ਸਤਿਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ, ਕਹਿੰਦੇ ਤੂੰ ਹਮੇਸ਼ਾ ਕਹਿੰਦੇ ਆਪਣੇ ਜਿਹੜਾ ਚਿੱਤ ਹੈ ਨਾ ਕਹਿੰਦੇ ਉਸ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਰੱਖਿਆ ਕਰ। ਸਦਾ ਸਦਾ ਰੰਗ ਮਾਣ, ਕਹਿੰਦੇ ਹਮੇਸ਼ਾ ਲਈ ਕਹਿੰਦੇ ਉਸ ਪਰਮਾਤਮਾ ਦੇ ਨਾਮ ਦੀ ਨਾ ਜਿਹੜੀ ਲੁੱਟ ਹੈ ਕਹਿੰਦੇ ਉਹ ਆਪਣੇ ਮਨ ਦੇ ਵਿੱਚ ਧਾਰਨ ਕਰ। ਉਸ ਪਰਮਾਤਮਾ ਦੀਆਂ ਵਡਿਆਈਆਂ ਕਰਿਆ ਕਰ, ਉਸ ਪਰਮਾਤਮਾ ਨੂੰ ਸਦਾ ਯਾਦ ਕਰਿਆ ਕਰ। ਕਿਹੜੇ ਪਰਮਾਤਮਾ ਨੂੰ? ਜਿਹੜਾ ਸਾਨੂੰ ਰਿਜ਼ਕ ਦੇ ਰਿਹਾ ਸਾਧ ਸੰਗਤ ਜੀ, ਜਿਹੜਾ ਸਾਡੀ ਪਲ ਪਲ ਰੱਖਿਆ ਕਰ ਰਿਹਾ, ਸਾਡੀ ਸਾਰ ਕਰ ਰਿਹਾ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਹਿੰਦੇ ਹੇ ਮਨੁੱਖ ਤੂੰ ਕਹਿੰਦੇ ਇਸ ਦੁਨੀਆ 'ਤੇ ਕਰਨ ਕੀ ਆਇਆ ਸੀ? ਕਹਿੰਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਕਹਿੰਦੇ ਭਾਈ ਲਾਹਾ ਲੈਣ ਆਇਆ ਸੀ, ਦੇਖੀ ਕਿਤੇ ਕਹਿੰਦੇ ਇਹ ਲਾਹੇ ਤੋਂ ਕਹਿੰਦੇ ਤੂੰ ਸੰਘਣਾ ਨਾ ਰਹਿ ਜੀ। ਫਿਰ ਸਤਿਗੁਰੂ ਜੀ ਕਹਿੰਦੇ ਕੁਦਮ ਕਰੇ ਪਸ਼ੂ ਪੰਖੀਆਂ ਦਿਸੈ ਨਾਹੀ ਕਾਲ, ਜਿਵੇਂ ਕਹਿੰਦੇ ਪੰਛੀ ਕਹਿੰਦੇ ਕਿ ਨੱਚਦੇ ਨੇ ਟੱਪਦੇ ਨੇ ਕਹਿੰਦੇ ਕੁੱਦਦੇ ਨੇ ਅਤੇ ਕਹਿੰਦੇ ਮੌਤ ਉਹਨਾਂ ਦੀ ਵੀ ਯਾਦ ਨਹੀਂ ਨਾ ਰਹਿੰਦੀ। ਕਹਿੰਦੇ ਉੱਥੇ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ, ਕਹਿੰਦੇ ਤੇਰਾ ਵੀ ਕਹਿੰਦੇ ਜੀਵਨ ਕਹਿੰਦੇ ਉਹਨਾਂ ਕਹਿੰਦੇ ਪਸ਼ੂਆਂ ਵਰਗਾ ਹੋ ਗਿਆ, ਕਹਿੰਦੇ ਤੂੰ ਵੀ ਉਸ ਮੋਹ ਦੇ ਕਹਿੰਦੇ ਬੰਧਨਾਂ ਵਿੱਚ ਫਸ ਗਿਆ। ਕਹਿੰਦੇ ਸਤਿਗੁਰੂ ਜੀ ਫਰਮਾਨ ਵੀ ਕਰਦੇ ਨੇ ਨਾ, ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਕਹਿੰਦੇ ਭਾਈ ਆਇਆ ਤਾਂ ਤੂੰ ਕਹਿੰਦੇ ਇਸ ਸੰਸਾਰ 'ਤੇ ਕਹਿੰਦੇ ਪਰਮਾਤਮਾ ਦਾ ਨਾਮ ਜਪਣ ਲਈ ਸੀ, ਆਪਣੀ ਦੇਹੀ ਨੂੰ ਕਹਿੰਦੇ ਸੋਹਣੀ ਬਣਾਉਣ ਲਈ ਸੀ, ਆਪਣੇ ਜੀਵਨ ਨੂੰ ਸੁਚੱਜਾ ਬਣਾਉਣ ਆਇਆ ਸੀ, ਪਰ ਕਹਿੰਦੇ ਤੂੰ ਇਸ ਮੋਹ ਦੀਆਂ ਤੰਦਾਂ ਦੇ ਵਿੱਚ ਫਸ ਗਿਆ। ਸਤਿਗੁਰੂ ਜੀ ਇੱਥੇ ਵੀ ਸਮਝਾ ਰਹੇ ਨੇ, ਕਹਿੰਦੇ ਫਾਥਾ ਮਾਇਆ ਜਾਲ, ਕਹਿੰਦੇ ਤੂੰ ਉਸ ਮਾਇਆ ਦੇ ਜਾਲ ਵਿੱਚ ਫਸ ਗਿਆ। ਸਤਿਗੁਰੂ ਜੀ ਕਹਿੰਦੇ ਮੁਕਤੇ ਸਈ ਭਾਲੀ ਹੈ ਸੱਚਾ ਨਾਮ ਸੰਭਾਲ, ਕਹਿੰਦੇ ਜਿੰਨਾ ਚਿਰ ਕਹਿੰਦੇ ਤੂੰ ਉਸ ਪਰਮਾਤਮਾ ਦਾ ਕਹਿੰਦੇ ਨਾਮ ਨਹੀਂ ਨਾ ਜਪਦਾ, ਆਪਣੇ ਅੰਦਰ ਉਸ ਪਰਮਾਤਮਾ ਨੂੰ ਕਹਿੰਦੇ ਧਾਰਨ ਨਹੀਂ ਨਾ ਕਰਦਾ, ਕਹਿੰਦੇ ਭਾਈ ਤੇਰੀ ਬੰਦ ਖਲਾਸੀ ਨਹੀਂ ਹੋਣੀ, ਤੇਰੀ ਮੁਕਤੀ ਨਹੀਂ ਹੋਣੀ। ਕਹਿੰਦੇ ਜੋ ਘਰ ਛੱਡ ਗਵਾਵਣਾ, ਕਹਿੰਦੇ ਭਾਈ ਇੱਕ ਦਿਨ ਕਹਿੰਦੇ ਇੱਦਾਂ ਦਾ ਆ ਜਾਣਾ, ਕਹਿੰਦੇ ਤੈਨੂੰ ਕਹਿੰਦੇ ਇਹ ਸਰੀਰ ਦੇ ਵਿੱਚੋਂ ਨਾ ਕਹਿੰਦੇ ਜਿਹੜੇ ਸਵਾਸ ਜਮਾਂ ਨੇ ਕੱਢ ਲੈਣੇ ਨੇ। ਕਹਿੰਦੇ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਕਹਿੰਦੇ ਇੱਕ ਦਿਨ ਕਹਿੰਦੇ ਇਹ ਮਨ ਕਹਿੰਦੇ ਜਿਹੜਾ ਜੁੜਿਆ ਹੋਇਆ ਨਾ ਸਾਧ ਸੰਗਤ ਜੀ, ਮਨ ਦੀ ਡੈਫੀਨੇਸ਼ਨ ਦਈਏ ਨਾ ਸਾਧ ਸੰਗਤ ਜੀ, ਮਨ ਵਰਗਾ ਮਿੱਤਰ ਕੋਈ ਨਹੀਂ ਅਤੇ ਮਨ ਵਰਗਾ ਦੁਸ਼ਮਣ ਕੋਈ ਨਹੀਂ। ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਮਨ ਸਾਧੈ ਸਿੱਧ ਹੋਏ, ਕਹਿੰਦੇ ਗੱਲ ਮਨ ਦੀ ਹੁੰਦੀ ਹੈ ਭਾਈ, ਜੇ ਤਾਂ ਕਹਿੰਦੇ ਮੰਨ ਲਾਂਗੇ ਨਾ ਪਰਮਾਤਮਾ ਦੇ ਨਾਮ ਨੂੰ, ਕਹਿੰਦੇ ਸਿੱਧ ਹੋਣੇ ਨੇ ਕਾਰਜ। ਕਈ ਤਰ੍ਹਾਂ ਸਤਿਗੁਰੂ ਜੀ ਅੱਜ ਸਾਧ ਸੰਗਤ ਜੀ ਅੱਜ ਕੱਲ੍ਹ ਟੀਕਾ ਟਿੱਪਣੀਆਂ ਵੀ ਹੋ ਰਹੀਆਂ ਨੇ ਨਾ ਵੀ ਪਰਮਾਤਮਾ ਦਾ ਨਾਮ ਦੇਖੋ, ਕੋਈ ਤਾਂ ਕਹਿ ਰਿਹਾ ਗੁਰ ਪ੍ਰਸਾਦ ਤੱਕ, ਕੋਈ ਕਹਿ ਰਿਹਾ ਜਪ ਤੱਕ। ਸਾਧ ਸੰਗਤ ਜੀ ਜਿਹੜਾ ਸਾਡਾ ਕਹਿੰਦੇ ਜੀਵਨ ਆ ਨਾ ਉਹ ਸਿਰਫ ਕਹਿੰਦੇ ਇੱਕ ਦੂਜੀ ਦੀਆਂ ਕਹਿੰਦੇ ਘਾਟਾਂ ਕੱਢਣ ਦੇ ਵਿੱਚ ਹੀ ਲੰਘ ਜਾਂਦਾ। ਸਤਿਗੁਰੂ ਜੀ ਸਾਨੂੰ ਫਰਮਾਨ ਕਰਦੇ ਨੇ, ਕਹਿੰਦੇ ਭਾਈ ਪਰਮਾਤਮਾ ਦਾ ਨਾਮ ਜਪਿਆ ਕਰ। ਕੋਈ ਤਾਂ ਆਖਦਾ ਮੂਲ ਮੰਤਰ ਦਾ ਜੋ ਜਾਪ ਹੈ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ, ਤੇ ਕੋਈ ਆਖਦਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸਾਧ ਸੰਗਤ ਜੀ ਸਾਡਾ ਜਿਹੜਾ ਕਹਿੰਦੇ ਮਨੁੱਖ ਦਾ ਕਹਿੰਦੇ ਜਿਹੜਾ ਕੰਮ ਹੈ ਨਾ ਉਹ ਸਿਰਫ ਇੱਕ ਦੂਜੇ ਦੀਆਂ ਕਹਿੰਦੇ ਘਾਟਾਂ ਕੱਢਣ ਦੇ ਵਿੱਚ ਹੀ ਰਹਿੰਦਾ। ਕੋਈ ਤਾਂ ਕਹਿ ਦਿੰਦਾ ਨਾਨਕ ਹੋਸੀ ਭੀ ਸੱਚ, ਕੋਈ ਕਹਿੰਦਾ ਗੁਰ ਪ੍ਰਸਾਦ। ਸਾਧ ਸੰਗਤ ਜੀ ਉਸ ਪਰਮਾਤਮਾ ਦੇ ਕਹਿੰਦੇ ਨਾਮ ਨੂੰ ਜਪਣ ਲੱਗਿਆ ਨਾ ਕਦੇ ਵੀ ਕਹਿੰਦੇ ਦੇਰੀ ਨਹੀਂ ਕਰਨੀ ਚਾਹੀਦੀ। ਇੱਥੇ ਵੀ ਸਾਨੂੰ ਸਮਝਾ ਰਹੇ ਨੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ, ਕਹਿੰਦੇ ਭਾਈ ਇੱਕ ਦਿਨ ਕਹਿੰਦੇ ਆਉਣਾ, ਕਹਿੰਦੇ ਤੇਰੇ ਕਹਿੰਦੇ ਸਰੀਰ ਦੇ ਵਿੱਚੋਂ ਕਹਿੰਦੇ ਨਾ ਉਸ ਕਹਿੰਦੇ ਭੌਰ ਨੇ ਕਹਿੰਦੇ ਉਡਾਰੀ ਮਾਰ ਜਾਣੀ ਹੈ। ਕਹਿੰਦੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾਏ, ਕਹਿੰਦੇ ਤੈਨੂੰ ਉੱਥੇ ਇੱਕ ਦਿਨ ਕਹਿੰਦੇ ਇਹੋ ਜਿਹੀ ਜਗ੍ਹਾ ਲਾ ਜਾਣਾ। ਸਤਿਗੁਰੂ ਜੀ ਕਹਿੰਦੇ ਜੇ ਤੂੰ ਪਰਮਾਤਮਾ ਦਾ ਨਾਮ ਜਪੇਗਾ ਨਾ ਤਾਂ ਉੱਥੇ ਕਹਿੰਦੇ ਜਿੱਥੇ ਜਾਏ ਤੁਧ ਵਰਤਣਾ, ਕਹਿੰਦੇ ਜਦੋਂ ਪਰਮਾਤਮਾ ਦਾ ਨਾਮ ਜਪਦਾ ਨਾ ਮਨੁੱਖ, ਕਹਿੰਦੇ ਕਿ ਤਿਸ ਕੀ ਚਿੰਤਾ ਨਾਏ, ਕਹਿੰਦੇ ਨਾ ਤਾਂ ਕੋਈ ਉੱਥੇ ਫਿਕਰ ਰਹਿੰਦੀ ਹੈ, ਨਾ ਕੋਈ ਫਿਕਰ ਫਾਕਾ ਰਹਿੰਦਾ, ਨਾ ਹੀ ਕੋਈ ਕਹਿੰਦੇ ਕੋਈ ਉੱਥੇ ਬੰਦੇ ਨੂੰ ਟੈਨਸ਼ਨ ਰਹਿੰਦੀ ਹੈ, ਕੋਈ ਕਹਿੰਦੇ ਉਸ ਗੱਲ ਦੀ ਕਹਿੰਦੇ ਚਿੰਤਾ ਨਹੀਂ ਰਹਿੰਦੀ। ਕਹਿੰਦੇ ਫਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਏ, ਕਹਿੰਦੇ ਜਿਹੜੇ ਕਹਿੰਦੇ ਭਾਈ ਗੁਰਾਂ ਦੇ ਕਹਿੰਦੇ ਚਰਨੀ ਲੱਗ ਜਾਂਦੇ ਨੇ ਨਾ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਨੇ, ਕਹਿੰਦੇ ਉਹ ਜਮਾਂ ਦੀ ਕਹਿੰਦੇ ਭਾਈ ਜਿਹੜੀ ਬੰਦ ਖਲਾਸੀ ਤੋਂ ਕਹਿੰਦੇ ਬੰਦ ਖਲਾਸੀ ਪਾ ਲੈਂਦੇ ਨੇ ਅਤੇ ਜਮਾਂ ਦੀ ਕਹਿੰਦੇ ਜਿਹੜੀ ਮਾਰ ਉਹਨਾਂ ਨੂੰ ਨਹੀਂ ਪੈਂਦੀ। ਸਤਿਗੁਰੂ ਜੀ ਵੀ ਫਰਮਾਨ ਕਰਦੇ ਨੇ, ਕਹਿੰਦੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ।
ਸਤਿਗੁਰੂ ਜੀ ਅੱਗੇ ਇਹੀ ਬੇਨਤੀਆਂ ਕਰਨੀਆਂ ਚਾਹੀਦੀਆਂ ਕਿ ਸੱਚੇ ਪਾਤਸ਼ਾਹ ਜੀ ਗਿਆਨ ਧਿਆਨ, ਕਹਿੰਦੇ ਨਾ ਹੀ ਤਾਂ ਮੈਨੂੰ ਕਹਿੰਦੇ ਬਹੁਤਾ ਗਿਆਨ ਹੈ, ਕਹਿੰਦੇ ਨਾ ਹੀ ਕਦੇ ਮੈਂ ਕਹਿੰਦੇ ਤੇਰਾ ਧਿਆਨ ਧਰਿਆ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਉਸ ਪਰਮਾਤਮਾ ਅੱਗੇ ਜੋਦੜੀ ਕਰਨੀ, ਸੱਚੇ ਪਾਤਸ਼ਾਹ ਮੈਨੂੰ ਨਹੀਂ ਪਤਾ, ਸਾਰ ਨਾ ਜਾਣਾ ਤੇਰੀ, ਕਹਿੰਦੇ ਨਾ ਹੀ ਮੈਂ ਤੈਨੂੰ ਕਦੇ ਸਮਝਿਆ, ਸਭ ਤੇ ਵੱਡਾ ਸਤਿਗੁਰ ਨਾਨਕ। ਦੇਖੋ ਸਾਧ ਸੰਗਤ ਜੀ, ਫਿਰ ਵੀ ਅਸੀਂ ਜੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਨਾ, ਸਾਧ ਸੰਗਤ ਜੀ ਦੇਖੋ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਫਿਰ ਵੀ ਜਿਨ ਕਲ ਰਾਖੀ ਮੇਰੀ, ਕਹਿੰਦੇ ਜਿਨ੍ਹਾਂ ਨੇ ਕਹਿੰਦੇ ਭਾਈ ਕਲ ਯੁੱਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੇਰੀ ਕਹਿੰਦੇ ਰੱਖਿਆ ਕੀਤੀ ਹੈ, ਮੇਰੀ ਸਾਰ ਲੈਣੀ ਕੀਤੀ ਹੈ। ਸਤਿਗੁਰੂ ਜੀ ਫਰਮਾਨ ਕਰਦੇ ਨਾ, ਕਹਿੰਦੇ ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਹੀਂ ਨਾ ਛੋਡੀ ਹੈ। ਮੇਰਾ ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੱਕ ਵਾਰੀ ਜਿਹਦੀ ਬਾਂਹ ਫੜ ਲਏ ਨਾ, ਸਤਿਗੁਰੂ ਜੀ ਕਹਿੰਦੇ ਭਾਈ ਸਿਰ ਦੇ ਦਾਂਗੇ ਪਰ ਬਾਂਹ ਨਹੀਂ ਛੱਡਾਂਗੇ। ਸਤਿਗੁਰੂ ਜੀ ਫਰਮਾਨ ਵੀ ਗੁਰਬਾਣੀ ਦੇ ਵਿੱਚ ਵੀ ਫਰਮਾਨ ਕਰਦੇ ਨੇ ਨਾ, ਕਹਿੰਦੇ ਜੇ ਤੂੰ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਾਰਿਓ। ਭਾਈ ਸਤਿਗੁਰੂ ਜੀ ਫਰਮਾਨ ਕਰਦੇ, ਕਹਿੰਦੇ ਜੇ ਤੂੰ ਰੱਬ ਨੂੰ ਵਿਸਾਰਤਾ ਪਰ ਰੱਬ ਨੇ ਤਾਂ ਨਹੀਂ ਤੈਨੂੰ ਵਿਸਾਰਿਆ। ਸਾਧ ਸੰਗਤ ਜੀ ਦੇਖੋ ਸਤਿਗੁਰੂ ਜੀ ਅੱਜ ਕੱਲ੍ਹ ਸੰਸਾਰ ਦੇ ਵਿੱਚ ਕਹਿੰਦੇ ਇੱਦਾਂ ਦੇ ਵੀ ਲੋਕ ਨੇ ਜਿਹੜੇ ਕਹਿੰਦੇ ਬਹੁਤ ਪਾਪ ਕਰਦੇ ਨੇ, ਫਿਰ ਸਤਿਗੁਰੂ ਜੀ ਉਹਨਾਂ ਨੂੰ ਉਹ ਤਾਂ ਨਹੀਂ ਨਾ ਕਰਦੇ ਵੀ ਸਜ਼ਾ ਤਾਂ ਨਹੀਂ ਨਾ ਦਿੰਦੇ, ਸਤਿਗੁਰੂ ਜੀ ਉਹਨਾਂ ਦੀ ਵੀ ਰੱਖਿਆ ਕਰਦੇ ਨੇ। ਕਹਿੰਦੇ ਇੱਦਾਂ ਦੇ ਇਨਸਾਨ ਵੀ ਹੁੰਦੇ ਨੇ ਜਿਹੜੇ ਕਹਿੰਦੇ ਸਰਬੱਤ ਦਾ ਭਲਾ ਕਰਦੇ ਨੇ, ਸਤਿਗੁਰੂ ਜੀ ਉਹਨਾਂ ਦੀ ਵੀ ਸਾਰ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਆਪਣੇ ਸੇਵਕਾਂ ਦੀ ਆਪ ਪੈਜ ਰੱਖਦੇ ਨੇ, ਕਹਿੰਦੇ ਜਿਨ ਕਲ ਰਾਖੀ ਮੇਰੀ, ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਕਲ ਯੁੱਗ ਦੇ ਕਹਿੰਦੇ ਮੇਰੇ ਕਹਿੰਦੇ ਇਸ ਕਲ ਯੁੱਗ ਦੇ ਅੰਦਰ ਕਹਿੰਦੇ ਮੇਰੀ ਰਾਖੀ ਕੀਤੀ ਹੈ। ਤੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਕੋਈ ਰੱਖ ਨਾ ਸਕੇ ਦੂਜਾ ਕੋ ਨਾ ਦਿਖਾਏ। ਹੇ ਸੱਚੇ ਪਾਤਸ਼ਾਹ ਜੀ ਕਹਿੰਦੇ ਆਪ ਜੀ ਤੋਂ ਬਾਝੋ ਸੱਚੇ ਪਾਤਸ਼ਾਹ ਮੇਰੀ ਸਾਰ ਕਹਿੰਦੇ ਕਿਹਨੇ ਕਰਨੀ ਆ, ਦੂਜਾ ਕੋ ਨਾ ਦਿਖਾ, ਕਹਿੰਦੇ ਮੈਨੂੰ ਕੋਈ ਦਿਸਦਾ ਹੀ ਨਹੀਂ ਦੂਜਾ, ਮੈਨੂੰ ਕੋਈ ਨਜ਼ਰ ਹੀ ਨਹੀਂ ਆ ਰਿਹਾ। ਚਾਰੇ ਕੁੰਡਾਂ ਭਾਲੀਆਂ ਆਏ ਪਿਆ ਸ਼ਰਨਾਏ। ਸਤਿਗੁਰੂ ਜੀ ਅੱਗੇ ਕਹਿੰਦੇ ਢਹਿ ਪੈਣਾ, ਕਹਿੰਦੇ ਮੇਲ ਲਿਹੋ ਦਿਆਲ ਢਹਿ ਪਏ ਦੁਆਰਿਆ। ਹੇ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ, ਮੈਂ ਚਾਰੇ ਕੁੰਡਾਂ ਕਹਿੰਦੇ ਭਾਲ ਕੇ ਆ ਗਿਆ, ਕਹਿੰਦੇ ਮੈਂ ਚਾਰੇ ਪਾਸੇ ਕਹਿੰਦੇ ਖੋਜ ਲਈ ਕਹਿੰਦੇ ਖੋਜ ਕੀਤੀ ਭਾਲ ਕੀਤੀ। ਸੱਚੇ ਪਾਤਸ਼ਾਹ ਚਾਰੇ ਕੁੰਡਾਂ ਭਾਲ ਕੇ ਆਏ ਪਿਆ ਸ਼ਰਨਾਏ। ਸੱਚੇ ਪਾਤਸ਼ਾਹ ਮੈਂ ਆਪ ਜੀ ਦੀ ਪਨਾਹ ਆਇਆ, ਤੁਹਾਡੇ ਦਰ ਤੇ ਆਇਆ, ਆਪ ਜੀ ਮੇਰੀ ਰੱਖਿਆ ਕਰਨੀ ਕਰੋ। ਨਾਨਕ ਸੱਚਾ ਪਾਤਸ਼ਾਹ ਡੁੱਬਦਾ ਲਿਆ ਕਢਾਏ। ਸਾਧ ਸੰਗਤ ਜੀ ਪਹਿਲੀਆਂ ਪੰਕਤੀਆਂ ਵਿੱਚ ਆਪਾਂ ਫਰਮਾਨ ਕਰਕੇ ਹਟੇ ਹਾਂ ਨਾ, ਜਿਨ ਕਲ ਰਾਖੀ ਮੇਰੀ, ਇੱਥੇ ਵੀ ਸਤਿਗੁਰੂ ਜੀ ਇਹੀ ਫਰਮਾਨ ਕਰਦੇ ਨੇ, ਨਾਨਕ ਸੱਚਾ ਪਾਤਸ਼ਾਹ ਡੁੱਬਦਾ ਲਿਆ ਕਢਾਏ। ਮੇਰਾ ਗੁਰੂ ਨਾਨਕ ਔਗਣ ਨਹੀਂ ਚਿਤਾਰਦਾ। ਸਤਿਗੁਰੂ ਜੀ ਫਿਰ ਵੀ ਦੇਖੋ ਕਹਿੰਦੇ ਡੁੱਬਦਾ ਲਿਆ ਕਢਾਏ, ਆਖਰ ਨੂੰ ਕਹਿੰਦੇ ਜਦੋਂ ਕਹਿੰਦੇ ਜਮਾਂ ਦੀ ਮਾਰ ਪੈਂਦੀ ਹੈ ਨਾ, ਤਾਂ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉੱਥੇ ਵੀ ਸਹਾਈ ਹੁੰਦੇ ਨੇ। ਸਾਧ ਸੰਗਤ ਜੀ ਸਤਿਗੁਰੂ ਜੀ ਸਹਾਈ ਤਾਂ ਹੀ ਹੋਣਗੇ ਨਾ ਜੇ ਆਪਾਂ ਉਸ ਪਰਮਾਤਮਾ ਨੂੰ ਨਮਸਕਾਰਾਂ ਕਰਾਂਗੇ, ਉਸ ਪਰਮਾਤਮਾ ਨੂੰ ਪ੍ਰਣਾਮ ਕਰਾਂਗੇ, ਹਰ ਵੇਲੇ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਾਂਗੇ। ਸਤ ਸੰਗਤ ਜੀ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ। ਜੋ ਕੁਛ ਵੀ ਹੋ ਰਿਹਾ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਹੋ ਰਿਹਾ। ਗੁਰੂ ਨਾਨਕ ਪਾਤਸ਼ਾਹ ਜੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਫਰਮਾਨ ਕਰਦੇ ਨੇ, ਕਹਿੰਦੇ ਆਖਣ ਜੋਰ ਚੁੱਪੇ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ। ਸਾਧ ਸੰਗਤ ਜੀ ਜੇ ਆਪਾਂ ਕਹੀਏ ਨਾ ਵੀ ਆਪਾਂ ਜ਼ੋਰ ਨਾਲ ਕਹਿੰਦੇ ਮੌਤ ਪਾ ਲਾਂਗੇ, ਵੀ ਜੇ ਆਪਾਂ ਕਹੀਏ ਨਾ ਵੀ ਮੈਂ ਮਰ ਜਾਊਂਗਾ, ਸਾਧ ਸੰਗਤ ਜੀ ਆਪਣੇ ਜ਼ੋਰ ਨਾਲ ਕਹਿੰਦੇ ਕੁਛ ਵੀ ਨਹੀਂ ਹੋਣਾ। ਸਤਿਗੁਰੂ ਜੀ ਕਹਿੰਦੇ ਭਾਈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਕਹਿੰਦੇ ਭਾਈ ਜੋ ਪਰਮਾਤਮਾ ਦਾ ਹੁਕਮ ਹੈ ਕਹਿੰਦੇ ਭਾਈ ਉੱਦਾਂ ਹੀ ਹੋਣਾ, ਉਸ ਦੀ ਰਜ਼ਾ ਦੇ ਵਿੱਚ ਰਹਿਣਾ, ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ, ਹਰ ਵੇਲੇ ਉਸ ਪਰਮਾਤਮਾ ਦੀ ਯਾਦ ਵਿੱਚ ਰਿਹਾ ਕਹਿੰਦੇ ਸਾਡਾ ਜਿਹੜਾ ਜੀਵਨ ਆ ਕਹਿੰਦੇ ਉਹ ਸੋਹਣਾ ਬਣ ਜਾਣਾ। ਸਾਧ ਸੰਗਤ ਜੀ ਮੌਤ ਹੈ ਨਾ ਜਿਹੜੀ ਕਹਿੰਦੇ ਮੌਤ ਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ। ਕਦੇ ਵੀ ਕਹਿੰਦੇ ਜੋ ਇਨਸਾਨ ਨੂੰ ਨਾ ਮੌਤ ਨੂੰ ਨਹੀਂ ਕਹਿੰਦੇ ਭੁੱਲਣਾ ਚਾਹੀਦਾ। ਜਿਸ ਇਨਸਾਨ ਨੂੰ ਕਹਿੰਦੇ ਮੌਤ ਯਾਦ ਹੈ ਨਾ ਸਾਧ ਸੰਗਤ ਜੀ ਸਮਝ ਲਓ ਉਸ ਨੂੰ ਪਰਮਾਤਮਾ ਯਾਦ ਹੈ। ਸਾਧ ਸੰਗਤ ਜੀ ਮੌਤ ਇੱਕ ਐਸੀ ਚੀਜ਼ ਹੈ, ਸਤਿਗੁਰੂ ਜੀ ਕਹਿੰਦੇ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ਾ ਭੰਨ। ਕਹਿੰਦੇ ਭਾਈ ਜੇ ਕੋਈ ਕਹੇ ਨਾ ਵੀ 7 ਜਿੰਦਰਿਆਂ ਦੇ ਅੰਦਰ ਮੈਂ 7 ਕੋਠੜੀਆਂ ਦੇ ਅੰਦਰ ਲੁਕ ਕੇ ਬਹਿ ਜਾ, ਸਾਧ ਸੰਗਤ ਜੀ ਮੌਤ ਨੇ ਉੱਥੇ ਵੀ ਆ ਜਾਣਾ। ਸਾਧ ਸੰਗਤ ਜੀ ਫਰੀਦ ਜੀ ਫਰਮਾਨ ਕਰਦੇ ਨੇ, ਕਹਿੰਦੇ ਫਰੀਦਾ ਦਰਿਆਵੈ ਕੰਨਾ ਬਗੁਲਾ, ਬੈਠਾ ਕੇਲ ਕਰੇ ਕੇਲ ਕਰੇਂਦੇ ਹੰਝ ਨੌ, ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਗੱਲ ਚਿਤ ਨਾ ਚੇਤੇ ਸਨ ਸੇ ਗੱਲ ਹੀ ਰੱਬ ਕੀਆਂ। ਕਹਿੰਦੇ ਭਾਈ ਜਿਹੜੀਆਂ ਗੱਲਾਂ ਕਦੇ ਕਹਿੰਦੇ ਚੇਤੇ ਵੀ ਨਹੀਂ ਨਾ ਹੁੰਦੀਆਂ, ਕਹਿੰਦੇ ਪਰਮਾਤਮਾ ਜੀ ਉਹ ਗੱਲਾਂ ਵਰਤਾ ਦਿੰਦੇ ਨੇ। ਸਾਧ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ, ਕਹਿੰਦੇ ਗੱਲੀਆਂ ਅਸੀਂ ਚੰਗੀਆਂ
ਆਚਾਰੀ ਬੁਰਿਆਂ। ਸਾਧ ਸੰਗਤ ਜੀ ਗੱਲਾਂ ਤਾਂ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹਿੰਦੇ ਭਾਈ ਆਪਾਂ ਤਾਂ ਕਹਿੰਦੇ ਗੱਲਾਂ ਨਾਲ ਹੀ ਚੰਗੇ ਆ। ਇਨਸਾਨ ਨੂੰ ਜੇ ਕਿਸੇ ਨੂੰ ਪੁੱਛ ਲਈਏ ਨਾ ਵੀ ਪਰਮਾਤਮਾ ਦਾ, ਤਾਂ ਕਹਿੰਦੇ ਉਹ ਐਂ ਦੱਸੂਗਾ ਵੀ ਪਰਮਾਤਮਾ ਦਾ ਨਾਮ ਤਾਂ ਇਕੱਲਾ ਮੈਂ ਹੀ ਜਪਦਾ, ਵੀ ਹੋਰ ਤਾਂ ਕੋਈ ਜਪਦਾ ਨਹੀਂ। ਸਾਧ ਸੰਗਤ ਜੀ ਕਦੇ ਵੀ ਜਦੋਂ ਪਰਮਾਤਮਾ ਦਾ ਨਾਮ ਜਪਣਾ ਨਾ, ਸਾਧ ਸੰਗਤ ਜੀ ਪਰਮਾਤਮਾ ਜੀ ਫਰਮਾਨ ਕਰਦੇ ਨੇ ਗੁਰਬਾਣੀ ਦੇ ਵਿੱਚ, ਕਹਿੰਦੇ ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਚੀਤ। ਕਹਿੰਦੇ ਭਾਈ ਵਿਰਲੇ ਹੀ ਹੁੰਦੇ ਨੇ ਕਹਿੰਦੇ ਕਰੋੜਾਂ ਦੇ ਵਿੱਚੋਂ ਜਿਹੜੇ ਕਹਿੰਦੇ ਪਰਮਾਤਮਾ ਦਾ ਕਹਿੰਦੇ ਨਾਮ ਜਪਦੇ ਨੇ। ਕਹਿੰਦੇ ਜੇ ਕਹਿੰਦੇ ਆਪਾਂ ਪਰਮਾਤਮਾ ਦਾ ਨਾਮ ਜਪਣਾ ਨਾ ਸਾਧ ਸੰਗਤ ਜੀ, ਕਦੇ ਵੀ ਪਰਮਾਤਮਾ ਦਾ ਨਾਮ ਜਪਣ ਲੱਗਾ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ ਵੀ ਮੈਂ ਪਰਮਾਤਮਾ ਦਾ ਨਾਮ ਇੰਨਾ ਜਪਦਾ। ਸਾਧ ਸੰਗਤ ਜੀ ਸਤਿਗੁਰੂ ਜੀ ਕਹਿੰਦੇ ਆਪਣੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਨੂੰ ਵਸਾਉਣਾ। ਕਦੇ ਵੀ ਕਹਿੰਦੇ ਮਨੁੱਖ ਕਹਿੰਦੇ ਸਤਿਗੁਰੂ ਜੀ ਕਹਿੰਦੇ ਹਉਮੈ ਦੀਰਘ ਰੋਗ ਹੈ ਦਾਰੂ ਵੀ ਇਸ ਨਾਏ, ਪਰ ਕਹਿੰਦੇ ਇਸ ਮਨੁੱਖ ਨੂੰ ਹੰਕਾਰ ਹੋ ਜਾਂਦਾ ਵੀ ਪਰਮਾਤਮਾ ਦਾ ਨਾਮ ਤਾਂ ਮੈਂ ਹੀ ਜਪਦਾ। ਸਾਧ ਸੰਗਤ ਜੀ ਇੱਦਾਂ ਦਾ ਸਮਾਂ ਵੀ ਆ ਜਾਂਦਾ, ਸਤਿਗੁਰੂ ਜੀ ਕਹਿੰਦੇ ਇਹ ਤਾਂ ਕਹਿੰਦੇ ਲੋਕ ਕਹਿੰਦੇ ਖੁਦਾ ਨੂੰ ਵੀ ਵੇਚ ਦਿੰਦੇ ਨੇ। ਸਾਧ ਸੰਗਤ ਜੀ ਉਸ ਪਰਮਾਤਮਾ ਤੋਂ ਹਮੇਸ਼ਾ ਡਰ ਕੇ ਰਹਿਣਾ ਚਾਹੀਦਾ, ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ, ਉਸ ਪਰਮਾਤਮਾ ਅੱਗੇ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਨੀਆਂ ਚਾਹੀਦੀਆਂ ਨੇ। ਕਿਸ ਪਰਮਾਤਮਾ ਅੱਗੇ? ਕਹਿੰਦੇ ਬਿਨ ਬੋਲਿਆਂ ਸਭ ਕੁਛ ਜਾਣਦਾ। ਕਿਹੜਾ ਪਰਮਾਤਮਾ ਜੀ? ਕਹਿੰਦੇ ਜਿਹੜਾ ਪਰਮਾਤਮਾ ਕਹਿੰਦੇ ਭਾਈ ਬਿਨਾਂ ਬੋਲਿਆਂ ਹੀ ਕਹਿੰਦੇ ਸਭ ਕੁਛ ਦੇ ਰਿਹਾ, ਕਹਿੰਦੇ ਸਭ ਜੀਵਾਂ ਦੀ ਰੱਖਿਆ ਕਰ ਰਿਹਾ, ਕਹਿੰਦੇ ਪੱਥਰਾਂ ਦੇ ਵਿੱਚ ਕਹਿੰਦੇ ਕੀੜੇ ਮਕੌੜਿਆਂ ਨੂੰ ਦੇ ਰਿਹਾ, ਤੇ ਇਨਸਾਨ ਨੂੰ ਸਤਿਗੁਰੂ ਜੀ ਫਰਮਾ ਰਹੇ ਨੇ ਕਹਿੰਦੇ ਭਾਈ ਤੂੰ ਕਾਹਦੀ ਫਿਕਰ ਕਰਦਾ? ਕਹਿੰਦੇ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਿਹਾ ਕਰ, ਉਸ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਕਰ। ਦੇਖੋ ਤੁਸੀਂ ਸਾਧ ਸੰਗਤ ਜੀ ਗੁਰਾਂ ਨੇ ਮਿੱਠਾ ਕਰਕੇ ਮੰਨਿਆ ਨਾ, ਸਤਿਗੁਰੂ ਜੀ ਕਹਿੰਦੇ ਤੇਰਾ ਕੀਆ ਮੀਠਾ ਲੱਗੈ। ਕਹਿੰਦੇ ਹੇ ਮਾਲਕ ਜੀ, ਗੁਰਬਾਣੀ ਵਿੱਚ ਫਰਮਾਉਂਦੇ ਨੇ ਸਤਿਗੁਰੂ ਜੀ ਕਹਿੰਦੇ ਹੇ ਮੇਰੇ ਮਾਲਕ ਤੇਰਾ ਕੀਆ ਮੀਠਾ ਲੱਗ ਗਿਆ। ਕਹਿੰਦੇ ਜੋ ਤੂੰ ਕਰਦਾ ਸੱਚੇ ਪਾਤਸ਼ਾਹ ਮੈਨੂੰ ਮਿੱਠਾ ਲੱਗਦਾ। ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਇੱਦਾਂ ਦੀ ਬਖਸ਼ਿਸ਼ ਕਰ ਦਿਓ, ਇੱਦਾਂ ਦੀ ਕਿਰਪਾ ਕਰ ਦਿਓ ਮੇਰੇ 'ਤੇ। ਅਰਦਾਸਾਂ ਜੋਦੜੀਆਂ ਕਰਾਂਗੇ ਨਾ ਸਤਿਗੁਰੂ ਜੀ ਸਾਡੇ 'ਤੇ ਤਰਸ ਕਰਨਗੇ। ਸਾਡਾ ਜਿਹੜਾ ਜੀਵਨ ਕਹਿੰਦੇ ਉਹ ਸੋਹਣਾ ਬਣ ਜਾਣਾ, ਆਨੰਦਮਈ ਬਣ ਜਾਣਾ, ਕਹਿੰਦੇ ਸਾਡੇ ਜੀਵਨ ਦੇ ਵਿੱਚ ਖੇੜਾ ਆ ਜਾਣਾ। ਸਾਧ ਸੰਗਤ ਜੀ ਇੱਥੇ ਸਾਡਾ ਧਰਤੀ 'ਤੇ ਆਇਆ ਤਾਂ ਹੀ ਸਫਲ ਹੈ ਜੇ ਅਸੀਂ ਸਰਬੱਤ ਦੇ ਕਾਰਜ ਕਰਾਂਗੇ। ਸਾਧ ਸੰਗਤ ਜੀ ਸਰਬੱਤ ਦੇ ਕਾਰਜ ਕਰਨੇ ਚਾਹੀਦੇ ਨੇ, ਸਰਬੱਤ ਦਾ ਭਲਾ ਕਰਨਾ ਚਾਹੀਦਾ। ਸਾਧ ਸੰਗਤ ਜੀ ਜੇ ਕੋਈ ਵੀ ਨਾ ਮਨੁੱਖ ਕਹਿੰਦੇ ਕੌਮ ਦੀ ਸੇਵਾ ਕਰਦਾ, ਕਦੇ ਵੀ ਕਹਿੰਦੇ ਉਸ ਨੂੰ ਨਿੰਦਣਾ ਨਹੀਂ ਚਾਹੀਦਾ। ਸਾਧ ਸੰਗਤ ਜੀ ਸਗੋਂ ਉਸ ਦੇ ਨਾਲ ਕਹਿੰਦੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ। ਸੋ ਸਤਿਗੁਰੂ ਜੀ ਸਾਨੂੰ ਫਰਮਾਨ ਕਰਕੇ ਗਏ ਨੇ, ਕਹਿੰਦੇ ਭਾਈ ਜੋ ਗੁਰਸਿੱਖ ਹੈ ਨਾ, ਕਹਿੰਦੇ ਉਸਨੇ ਆਪਣਾ ਨਾ ਜਿਹੜਾ ਕਮਾਈ ਦਾ ਕਹਿੰਦੇ 10ਵਾਂ ਹਿੱਸਾ ਕਹਿੰਦੇ ਗਰੀਬਾਂ ਦੇ ਕਹਿੰਦੇ ਲੇਖੇ ਦੇ ਵਿੱਚ ਲਾ ਦੇਣਾ, ਕਹਿੰਦੇ ਗਰੀਬਾਂ ਦੀ ਮਦਦ ਕਰਨੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਫਰਮਾ ਗਏ ਨੇ, ਕਹਿੰਦੇ ਭਾਈ ਸਰਬੱਤ ਦਾ ਭਲਾ ਕਰਨਾ, ਹਰ ਇੱਕ ਦੇ ਭਲੇ ਦੀ ਅਰਦਾਸ ਕਰਨੀ ਹੈ। ਸਾਧ ਸੰਗਤ ਜੀ ਜੇ ਤੁਹਾਨੂੰ ਦੱਸ ਵੀ ਦਈਏ ਭਲਾ ਇਕੱਲਾ ਧਨ ਨਾਲ ਨਹੀਂ ਹੁੰਦਾ। ਸਾਧ ਸੰਗਤ ਜੀ ਜੇ ਆਪਾਂ ਕਿਸੇ ਦੀ ਅਰਦਾਸ ਬੇਨਤੀ ਵੀ ਉਸ ਪਰਮਾਤਮਾ ਅੱਗੇ ਕਰ ਦਾਂਗੇ ਨਾ, ਤਾਂ ਉਸ ਦੇ ਵਿੱਚ ਵੀ ਸਾਧ ਸੰਗਤ ਜੀ ਭਲੇ ਦੀ ਝਲਕ ਵਰਤੇਗੀ। ਸਾਧ ਸੰਗਤ ਜੀ ਹਰ ਪ੍ਰਕਾਰ ਤਨ ਮਨ ਧਨ ਦੇ ਨਾਲ ਕਹਿੰਦੇ ਭਲਾ ਕਰਨਾ ਚਾਹੀਦਾ। ਗੁਰੂ ਘਰ ਜਾ ਕੇ ਕਹਿੰਦੇ ਸੇਵਾ ਕਰਨੀ ਚਾਹੀਦੀ ਹੈ। ਗੁਰੂ ਨੂੰ ਹਰ ਵੇਲੇ ਹਾਜ਼ਰ ਨਾਜ਼ਰ ਜਾਣਨਾ, ਅੰਗ ਸੰਗ ਸਹਾਈ ਜਾਣਨਾ। ਸਤਿਗੁਰੂ ਜੀ ਕਹਿੰਦੇ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰਤਿਸ ਸਦਾ ਸਮਾਲੇ। ਕਹਿੰਦੇ ਗੁਰ ਤਾਂ ਭਾਈ ਅੰਗ ਸੰਗ ਹੈ। ਕਹਿੰਦੇ ਅੰਗ ਸੰਗ ਕਦੋਂ ਹੁੰਦਾ? ਸਿਮਰ ਸਿਮਰਤਿਸ ਸਦਾ ਸਮਾਲੇ। ਕਹਿੰਦੇ ਜਦੋਂ ਉਸ ਪਰਮਾਤਮਾ ਨੂੰ ਹਰ ਵੇਲੇ ਸਿਮਰਦੇ ਰਵਾਂਗੇ ਨਾ, ਹਰ ਵੇਲੇ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਵਾਂਗੇ, ਕਹਿੰਦੇ ਉਸ ਦੇ ਭਾਣੇ ਦੇ ਵਿੱਚ ਰਵਾਂਗੇ, ਕਹਿੰਦੇ ਜਿਹੜਾ ਸਾਡਾ ਜੀਵਨ ਆ ਨਾ ਕਹਿੰਦੇ ਉਹ ਸੋਹਣਾ ਬਣ ਜਾਣਾ, ਸਾਡੇ ਜੀਵਨ ਵਿੱਚ ਸੁਹੱਪਣ ਆ ਜਾਣਾ। ਸਾਡੇ ਜੀਵਨ ਦੇ ਵਿੱਚ ਕਹਿੰਦੇ ਇੱਕ ਤਰ੍ਹਾਂ ਸਵਰਗ ਕਹਿੰਦੇ ਜਿਵੇਂ ਰਾਗ ਰਤਨ ਪਰਿਵਾਰ ਪਰੀਆਂ, ਕਹਿੰਦੇ ਸਾਡੇ ਅੰਦਰ ਕਹਿੰਦੇ ਰਾਗ ਰਤਨ ਕਹਿੰਦੇ ਪਰਿਵਾਰ ਪਰੀਆਂ ਕਹਿੰਦੇ ਉਹ ਸ਼ਬਦ ਗਾਉਣਗੀਆਂ। ਸਾਡੇ ਅੰਦਰ ਕਹਿੰਦੇ ਉਹ ਤੁਹਾਨੂੰ ਗੂੰਜੇਗੀ। ਕਹਿੰਦੇ ਕਿਸ ਦੀ? ਜੋ ਪਰਮਾਤਮਾ ਕਹਿੰਦੇ ਭਾਈ ਸਭਨਾ ਜੀਆਂ ਨੂੰ ਰਿਜ਼ਕ ਦੇ ਰਿਹਾ, ਸਭਨਾ ਜੀਵਾਂ ਦੀ ਪਾਲਣਾ ਕਰਦਾ। ਸੋ ਭਾਈ ਕਹਿੰਦੇ ਸਤਿਗੁਰੂ ਜੀ ਫਰਮਾਨ ਵੀ ਕਰਦੇ ਨੇ, ਕਹਿੰਦੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ। ਕਹਿੰਦੇ ਭਾਈ ਜਿਹੜੇ ਕਹਿੰਦੇ ਉਸ ਪਰਮਾਤਮਾ ਨੂੰ ਕਹਿੰਦੇ ਹਰ ਸਾਹ ਦੇ ਨਾਲ ਜਪਦੇ ਨੇ ਨਾ, ਹਰ ਨਾਮਾ ਮਨ ਮੰਤ, ਕਹਿੰਦੇ ਭਾਈ ਧਨ ਸਈ ਨਾਨਕਾ ਪੂਰਨ ਸੋਈ ਸੰਤ। ਕਹਿੰਦੇ ਜਿਹਦੇ ਉਸ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ ਨਾ, ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਰੱਖਦੇ ਨੇ, ਕਹਿੰਦੇ ਭਾਈ ਉਹ ਸੰਤ ਜਨ ਨੇ। ਕਹਿੰਦੇ ਉਹ ਭਾਈ ਗੁਰਸਿੱਖ ਨੇ। ਕਿਹੜੇ ਗੁਰਸਿੱਖ ਨੇ ਜੀ? ਜਿਨ੍ਹਾਂ ਦਾ ਕਹਿੰਦੇ ਮੂੰਹ ਗੁਰੂ ਵੱਲ ਹੁੰਦਾ। ਸੱਚੇ ਪਾਤਸ਼ਾਹ ਜੀ ਆਪਾਂ ਗੁਰਸਿੱਖ ਬਣਨਾ, ਗੁਰਮੁਖ ਬਣਨਾ,
ਮਨ ਮੁੱਖ ਨਹੀਂ ਬਣਨਾ ਸਾਧ ਸੰਗਤ ਜੀ, ਮਨ ਦੇ ਪਿੱਛੇ ਨਹੀਂ ਲੱਗਣਾ, ਹਮੇਸ਼ਾ ਗੁਰੂ ਨੂੰ ਅੱਗੇ ਰੱਖਣਾ, ਗੁਰੂ ਦੀ ਰਜ਼ਾ ਦੇ ਵਿੱਚ ਰਹਿਣਾ, ਸਰਬੱਤ ਦਾ ਭਲਾ ਕਰਨਾ, ਗੁਰੂ ਦੀ ਰਜ਼ਾ ਨੂੰ ਮੰਨ ਕੇ ਹੀ ਸਾਡਾ ਜਿਹੜਾ ਜੀਵਨ ਸੋਹਣਾ ਬਣ ਸਕਦਾ। ਸੋ ਸਾਧ ਸੰਗਤ ਜੀ, ਵਿਚਾਰ ਕਰਦਿਆਂ ਕੋਲੋਂ ਇੱਕ ਨਹੀਂ ਬੇਅੰਤ ਹੀ ਭੁੱਲਾਂ ਹੋਈਆਂ ਨੇ। ਮੇਰੀਆਂ ਸਾਧ ਸੰਗਤ ਜੀ ਭੁੱਲਾਂ ਜਾਣ ਕੇ ਮੇਰੀ ਝੋਲੀ ਪਾ ਦੇਣੀਆਂ, ਬਚਨ ਸਤਿਗੁਰੂ ਦੇ ਜਾਣ ਕੇ ਆਪਣੇ ਹਿਰਦੇ ਦੇ ਵਿੱਚ ਵਸਾ ਲੈਣੇ। ਹਰ ਵੇਲੇ ਉਸ ਪਰਮਾਤਮਾ ਨੂੰ ਯਾਦ ਰੱਖਣਾ, ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਹੀ ਕਹਿੰਦੇ ਸਾਡਾ ਜਿਹੜਾ ਜੀਵਨ ਕਹਿੰਦੇ ਸੋਹਣਾ ਬਣੂਗਾ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।